Good morning students. Today I will start a new chapter, appointment, remuneration, rights and duties of an auditor. Means कि ਆਪਾਂ auditing ਦਾ meaning ਕਰ ਚੁੱਕੇ ਹਾਂ, ਬਟ ਆਪਾਂ ਹੁਣ ਕੀ ਕਰਨ ਜਾ ਰਹੇ ਹਾਂ ਵੀ auditor ਦੇ ਲਈ ਕੀ ਕੁਛ ਜਿਹੜੀਆਂ ਰਿਕੁਆਇਰਮੈਂਟਸ ਚਾਹੀਦੀਆਂ ਨੇਗੀਆਂ, ਕਿਸ ਤਰ੍ਹਾਂ ਉਸਦੀ ਅਪੁਆਇੰਟਮੈਂਟ ਹੁੰਦੀ ਹੈ, ਕਿਵੇਂ ਉਸ ਨੂੰ ਆਪਾਂ ਰੈਮੂਨਰੇਟ ਕਰ ਸਕਦੇ ਹਾਂ। ਤਾਂ ਫਸਟ ਟੌਪਿਕ ਕੀ ਹੈ, ਆਡੀਟਰ ਆਫ ਏ ਪਾਰਟਨਰਸ਼ਿਪ ਫਰਮ, ਕਿ ਜੋ ਪਾਰਟਨਰਸ਼ਿਪ ਫਰਮ ਹੈ ਉਸ ਦੇ ਵਿੱਚ ਜਿਹੜਾ ਆਡੀਟਰ ਹੈ ਉਸਦੀ ਰਿਕੁਆਇਰਮੈਂਟ ਕਿਉਂ ਹੈ। It helps in settling accounts between the partners themselves and thereby the possibility of future dispute is avoided। ਕਿਉਂਕਿ ਪਹਿਲੀ ਗੱਲ ਤਾਂ ਦੇਖੋ ਉਹਨਾਂ ਦੇ ਅਕਾਊਂਟਸ ਪ੍ਰੋਪਰ ਸੈਟਲਮੈਂਟ ਹੁੰਦੀ ਹੈ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਵੀ ਆਪਣੇ ਜਿਹੜੇ ਅਕਾਊਂਟਸ ਨੇ ਉਹ ਕਿਸੇ ਇੰਡੀਪੈਂਡੈਂਟ ਪਰਸਨ ਨੇ ਜਿਹੜੇ ਚੈੱਕ ਕਰਨੇ ਨੇ, ਤਾਂ ਕਰਕੇ ਉਹਦੇ ਵਿੱਚ ਜਿਹੜੇ ਫਿਊਚਰ ਡਿਸਪਿਊਟ ਵਗੈਰਾ ਨੇ ਉਹ ਪ੍ਰੋਪਰ ਸੋਲਵ ਹੋ ਜਾਂਦੇ ਨੇ। Then it facilitates the settlement of accounts required on the retirement, death or admission of a partner। ਜੇ ਕੋਈ ਵੀ ਇੱਕ ਪਾਰਟਨਰ ਦੇ ਕੋਲ ਨਿਊ ਪਾਰਟਨਰ ਐਡਮਿਟ ਕੀਤਾ ਜਾਂ ਕੋਈ ਡੈਥ ਹੋ ਜਾਂਦੀ ਹੈ, ਰਿਟਾਇਰਮੈਂਟ ਹੋ ਜਾਂਦੀ ਹੈ, ਤਾਂ ਉਹ ਸਾਰੇ ਜਿਹੜੇ ਡਿਸਪਿਊਟਸ ਨੇ, ਸੈਟਲਮੈਂਟਸ ਨੂੰ ਕਿਸੇ ਦੁਆਰਾ ਕੀਤੀਆਂ ਜਾਂਦੀਆਂ ਨੇ, ਇੱਕ ਆਡੀਟਰ ਦੇ ਦੁਆਰਾ। Then it facilitates raising of loan from financial institutions, reliable report, tax liability। ਇਹ ਸਾਰਾ ਕੁਛ ਕੀ ਇੱਕ ਬੈਨੀਫਿਟ ਮਿਲ ਜਾਂਦਾ ਹੈ ਇੱਕ ਆਡੀਟਰ ਦੇ ਥਰੂ ਇੱਕ ਪਾਰਟਨਰਸ਼ਿਪ ਫਰਮ ਨੂੰ। ਤਾਂ ਦੇਖੋ ਜੇ ਕੀ ਹੈ, ਆਪਾਂ ਨੂੰ ਇਸ ਗੱਲ ਦਾ ਪਤਾ ਹੈ ਵੀ ਆਡੀਟਰ ਨੇ ਜਿਹੜੇ ਅਕਾਊਂਟਸ ਦੀ ਵੈਰੀਫਿਕੇਸ਼ਨ ਕਰਨੀ ਹੈ, ਤਾਂ ਕੋਈ ਵੀ ਕੀ ਕਰੇਗਾ ਆਪਣੀ ਲਿਮਿਟ ਦੇ ਵਿੱਚ ਰਹੇਗਾ। ਜਿਵੇਂ ਜੇ ਇੰਟਰਸਟ ਔਨ ਲੋਨ ਡੀਡ ਦੇ ਵਿੱਚ ਕਿਹਾ ਤਾਂ ਮਿਲੇਗਾ, ਅਦਰਵਾਈਜ਼ ਨਹੀਂ ਮਿਲੇਗਾ, ਜਾਂ ਫਿਰ ਕੋਈ ਸੈਲਰੀ ਰੈਮੂਨਰੇਸ਼ਨ ਵਗੈਰਾ ਦੇ ਸਪੈਸ਼ਲ ਪੁਆਇੰਟਸ ਹੀ ਨੇਗੇ ਜੋ ਤੁਸੀਂ ਪਾਰਟਨਰਸ਼ਿਪ ਡੀਡ ਦੇ ਵਿੱਚ ਕੀਤੇ ਨੇ, ਉਹ ਹੀ ਸਾਰੇ ਪੁਆਇੰਟਸ ਇਸ ਦੇ ਵਿੱਚ ਨੇ। ਦੈਨ ਆਪਾਂ ਨੈਕਸਟ ਟੌਪਿਕ ਕਰਦੇ ਹਾਂ, ਮੋਸਟ ਇੰਪੋਰਟੈਂਟ ਟੌਪਿਕ ਇਜ਼ ਅਪੁਆਇੰਟਮੈਂਟ ਆਫ ਕੰਪਨੀਜ਼ ਆਡੀਟਰ। ਹੁਣ ਤੁਹਾਨੂੰ ਇੰਨਾ ਕੁ ਪਤਾ ਹੋਣਾ ਚਾਹੀਦਾ ਹੈ ਵੀ ਆਡੀਟਰ ਕੌਣ ਬਣ ਸਕਦਾ ਅਤੇ ਕੌਣ ਨਹੀਂ ਬਣ ਸਕਦਾ। ਤੁਹਾਨੂੰ ਸਿਰਫ ਇੰਨੀ ਗੱਲ ਪਤਾ ਹੈ ਵੀ ਜਿਹੜਾ ਆਡੀਟਰ ਹੁੰਦਾ ਉਹ ਇੱਕ ਕਿਸਮ ਦਾ ਚਾਰਟਰਡ ਅਕਾਊਂਟੈਂਟ ਹੁੰਦਾ ਹੈ, ਬਟ ਕੁਝ ਹੋਰ ਵੀ ਰਿਕੁਆਇਰਮੈਂਟਸ ਨੇ ਇੱਕ ਆਡੀਟਰ ਦੇ ਬਣਨ ਦੇ ਲਈ। First is a company shall appoint an individual or a firm as an auditor at the first AGM and each subsequent 6th AGM। ਸਭ ਤੋਂ ਪਹਿਲਾਂ ਤਾਂ ਕੰਪਨੀ ਕੀ ਹੈ, ਜਦੋਂ ਆਡੀਟਰ ਨੂੰ ਅਪੁਆਇੰਟ ਕਰਦੀ ਹੈ ਉਹ AGM ਦੇ ਵਿੱਚ ਕਰਦੀ ਹੈ। AGM ਮੀਨਸ ਕੀ ਹੈ, ਐਨੂਅਲ ਜਨਰਲ ਮੀਟਿੰਗ। ਤੁਸੀਂ ਕੰਪਨੀ ਅਕਾਊਂਟਸ ਪੜ੍ਹ ਚੁੱਕੇ ਹੋ, ਉਹਦੇ ਵਿੱਚ ਤੁਸੀਂ ਮੀਟਿੰਗਸ ਆਫ ਕੰਪਨੀਜ਼ ਕੀਤੀਆਂ ਸੀ। ਤਾਂ ਐਨੂਅਲ ਜਨਰਲ ਮੀਟਿੰਗ ਦੇ ਵਿੱਚ ਉਸਨੂੰ ਅਪੁਆਇੰਟ ਕਰਨਾ ਹੁੰਦਾ ਹੈ, ਅਤੇ ਉਹ ਕਦੋਂ ਤੱਕ ਰਹਿੰਦਾ, ਨੈਕਸਟ 6th AGM ਤੱਕ ਉਹ ਬਣਿਆ ਰਹਿੰਦਾ ਆਪਣੀ ਪੋਸਟ ਦੇ ਉੱਤੇ। Then such auditor shall hold office till conclusion of 6th annual general meeting। ਤਾਂ 6th annual general meeting ਤੱਕ ਉਹ ਐਜ਼ ਐਨ ਆਡੀਟਰ ਵਰਕ ਕਰਦਾ ਹੈ। ਦੈਨ ਇਜ਼ ਦਾ ਮੈਨਰ ਐਂਡ ਪ੍ਰੋਸੀਜਰ, ਜਿਹੜੀ ਆਡੀਟਰ ਦੀ ਉਹ ਕੌਣ ਕਰਦੇ ਨੇ, ਮੈਂਬਰਸ ਕਰਦੇ ਨੇ। ਤਾਂ ਮੈਂਬਰਸ ਦੇ ਆਉਣ ਤੋਂ ਪਹਿਲਾਂ ਹੀ ਉਸਦੀ ਕੀ ਹੋ ਜਾਂਦੀ ਹੈ, ਅਪੁਆਇੰਟਮੈਂਟ ਹੋ ਜਾਂਦੀ ਹੈ। ਬਿਫੋਰ ਸੱਚ ਅਪੁਆਇੰਟਮੈਂਟ ਆਫ ਆਡੀਟਰ ਰਿਟਨ ਕੌਨਸੈਂਟ ਟੂ ਅਪੁਆਇੰਟਮੈਂਟ, ਤਾਂ ਇੱਕ ਰਿਟਨ ਕੌਨਸੈਂਟ ਹੋਣਾ ਚਾਹੀਦਾ ਸਾਰੀਆਂ ਪਾਰਟੀਜ਼ ਦਾ ਕਿ ਹਾਂ ਇਹ ਪਰਸਨ ਠੀਕ ਹੈ, ਇਸਨੂੰ ਐਜ਼ ਐਨ ਆਡੀਟਰ ਅਸੀਂ ਰੱਖ ਸਕਦੇ ਹਾਂ। Then period for which appointment to be made, an individual can be appointed of a term not more than 5 years। ਜੇ ਆਪਾਂ ਗੱਲ ਕਰੀਏ ਇੱਕ ਆਡੀਟਰ ਦੀ, ਤਾਂ ਜਿਹੜਾ ਆਡੀਟਰ ਹੈ ਉਹ more than 5 years ਐਜ਼ ਐਨ ਆਡੀਟਰ ਵਰਕ ਨਹੀਂ ਕਰ ਸਕਦਾ। ਦੈਨ ਐਨ ਆਡਿਟ ਫਰਮ, ਇਹ ਤਾਂ ਇੰਡੀਵਿਜੂਅਲ ਸੀਗਾ। ਜੇ ਗੱਲ ਕਰੀਏ ਆਡਿਟ ਫਰਮ ਦੀ, ਤਾਂ ਉਹ ਕਿੰਨੇ ਟਾਈਮ ਪੀਰੀਅਡ ਲਈ, ਨਾਟ ਮੋਰ ਦੈਨ 2 terms of 5 years। ਉਸ ਦੇ ਵਿੱਚ 5 years ਇਸ ਦੇ ਵਿੱਚ ਕਿੰਨੇ ਟਰਮਸ ਨੇ, ਨਾਟ ਮੋਰ ਦੈਨ 2 terms ਮੀਨਸ 2 ਸਾਲ ਤੋਂ ਜ਼ਿਆਦਾ ਨੇ। ਹੁਣ ਪਹਿਲਾਂ ਮੈਂ ਇੰਡੀਵਿਜੂਅਲ ਕਿਹਾ, ਹੁਣ ਮੈਂ ਕੀ ਕਹਿ ਰਹੀ ਹਾਂ, ਆਡਿਟ ਫਰਮ। ਤਾਂ ਮੈਂ ਇੱਥੇ ਕਹਿ ਰਹੀ ਹਾਂ ਵੀ ਇੰਡੀਵਿਜੂਅਲ ਵੀ ਐਜ਼ ਐਨ ਆਡਿਟਰ ਅਪੁਆਇੰਟ ਹੋ ਰਿਹਾ ਹੈ, ਇੰਡੀਵਿਜੂਅਲ 5 year ਦੇ ਲਈ ਰਹਿ ਸਕਦਾ ਹੈ, ਅਤੇ ਆਡਿਟ ਫਰਮ ਕਿੰਨੇ ਟਾਈਮ ਲਈ ਰਹਿ ਸਕਦੀ ਹੈ, 2 terms ਦੇ ਲਈ। ਦੈਨ ਰੋਟੇਸ਼ਨ ਕੀ ਹੁੰਦਾ ਵੀ ਇੱਕ ਪਾਰਟਨਰ ਨੂੰ ਦੂਜੀ ਜਗ੍ਹਾ ਦੇ ਉੱਤੇ ਰੋਟੇਟ ਕਰ ਦੇਣਾ, ਸੈਟਲਮੈਂਟ ਕਰ ਦੇਣਾ ਆਪਸ ਦੇ ਵਿੱਚ ਇੱਕ ਦੂਜੇ ਦੀ। ਤਾਂ ਇਹਦੇ ਕੁਝ ਪੁਆਇੰਟਸ ਨੇ, ਮੈਂ ਤੁਹਾਨੂੰ ਬੋਲ ਦਿੰਦੀ, ਤੁਸੀਂ ਨੋਟ ਕਰ ਲਿਓ, ਬੁੱਕਸ ਦੇ ਵਿੱਚ ਹੈ ਨਹੀਂ ਤੁਹਾਡੇ ਵਿੱਚ। ਸੋ ਟੌਪਿਕ ਇਜ਼ ਰੋਟੇਸ਼ਨ ਆਫ ਆਡੀਟਰ। ਇਹ ਕੁਝ ਕਲਾਸ ਆਫ ਕੰਪਨੀਜ਼ ਨੇ ਜਿਹੜੀਆਂ ਆਡੀਟਰ ਦੀ ਰੋਟੇਸ਼ਨ ਕਰ ਸਕਦੀਆਂ ਨੇ। ਅਦਰਵਾਈਜ਼ ਜੇ ਆਪਾਂ ਗੱਲ ਕਰੀਏ ਕਿਸੇ ਸਮੋਲ ਕੰਪਨੀ ਦੀ ਜਾਂ 1 person ਕੰਪਨੀ, ਤਾਂ ਉਹ ਰੋਟੇਟ ਨਹੀਂ ਕਰ ਸਕਦੀਆਂ ਹੁੰਦੀਆਂ। ਤਾਂ ਇਹ ਕੁਝ ਕਲਾਸ ਆਫ ਕੰਪਨੀਜ਼ ਨੇ, ਇਹਨਾਂ ਦੀ ਨੇਮ ਨੋਟ ਕਰ ਲਿਓ ਅਤੇ ਰਿਕੁਆਇਰਮੈਂਟਸ ਨੋਟ ਕਰ ਲਿਓ। ਫਸਟ ਕੰਪਨੀਜ਼ ਕਿਹੜੀਆਂ ਨੇ, ਆਲ ਦੀ ਅਨਲਿਸਟਡ ਕੰਪਨੀਜ਼ ਹੈਵਿੰਗ ਪੇਡ ਅਪ ਐਂਡ ਸ਼ੇਅਰ ਕੈਪੀਟਲ ਆਫ ₹10 crore ਔਰ ਮੋਰ। ਵੀ ਜਿੰਨੀਆਂ ਵੀ ਅਨਲਿਸਟਡ ਕੰਪਨੀਜ਼ ਨੇ ਜਿਨ੍ਹਾਂ ਦੀ ਪੇਡ ਅਪ ਸ਼ੇਅਰ ਕੈਪੀਟਲ ਜਿਹੜੀ ਉਹ 10 ਕਰੋੜ ਤੋਂ ਜ਼ਿਆਦਾ ਹੈ, ਉਹ ਆਪਣੇ ਆਡੀਟਰ ਨੂੰ ਰੋਟੇਟ ਕਰ ਸਕਦੀਆਂ ਨੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਦੇ ਉੱਤੇ। ਸੈਕਿੰਡ ਨੇ ਆਲ ਪ੍ਰਾਈਵੇਟ ਕੰਪਨੀਜ਼ ਹੈਵਿੰਗ ਪੇਡ ਅਪ ਸ਼ੇਅਰ ਕੈਪੀਟਲ ਗ੍ਰੇਟਰ ਦੈਨ 20 ਕਰੋੜ। ਦੇਖੋ ਅਨਲਿਸਟਡ ਦੇ ਲਈ ਕਿੰਨਾ ਸੀ, 10 ਕਰੋੜ, ਪ੍ਰਾਈਵੇਟ ਦੇ ਲਈ 20 ਕਰੋੜ। ਜਾਂ ਫਿਰ ਜੇ ਕਿਸੇ ਦੇ ਕੀ ਨੇਗੇ ਐਸਟਸ ਨੇ, ਲੋਨਸ ਵਗੈਰਾ ਨੇ 100 ਕਰੋੜ ਰੁਪੀਜ਼ ਦੇ, ਉਸ ਦੇ ਲਈ ਜ਼ਰੂਰੀ ਹੁੰਦੀ ਹੈ ਜਾਂ ਉਹ ਕਰ ਸਕਦਾ ਹੈ ਰੋਟੇਸ਼ਨ ਵਗੈਰਾ। Then an individual as a auditor for more than 1 term of 5 years and audit firm for 2 years। ਇਹ ਉਹੀ ਰਿਕੁਆਇਰਮੈਂਟ ਆ ਗਈ
ਸਰ ਪਹਿਲਾਂ ਆਪਣੇ ਕੀ ਕੀਤਾ, ਰੋਟੇਸ਼ਨ ਕੀਤਾ, ਫਿਰ ਟਾਈਮ ਪੀਰੀਅਡ ਕੀਤਾ। ਰੋਟੇਸ਼ਨ ਦੇ ਵਿੱਚ ਮੈਂ ਕੀ ਦੱਸਿਆ ਵੀ ਅਨਲਿਸਟਡ ਕੰਪਨੀਜ਼ ਉਹਨਾਂ ਨੇ ਜਿਨ੍ਹਾਂ ਦੀ ਟਰਨਓਵਰ 10 ਕਰੋੜ ਤੋਂ ਜ਼ਿਆਦਾ ਹੈ, ਪ੍ਰਾਈਵੇਟ ਉਹ ਕਰ ਸਕਦੀਆਂ ਨੇ ਜਿਨ੍ਹਾਂ ਦੀ ਟਰਨਓਵਰ 20 ਕਰੋੜ ਤੋਂ ਜ਼ਿਆਦਾ ਹੈ। ਐਂਡ ਨੋ ਲਿਸਟਡ ਕੰਪਨੀ ਔਰ ਏ ਕੰਪਨੀ ਬਿਲੋਂਗਿੰਗ ਟੂ ਸੱਚ ਕਲਾਸ ਆਫ ਕੰਪਨੀ ਸ਼ੈਲ ਅਪੁਆਇੰਟ ਔਰ ਰੀਅਪੁਆਇੰਟ। ਤਾਂ ਕੋਈ ਵੀ ਲਿਸਟਡ ਕੰਪਨੀ ਵੀ ਕੀ ਕਰ ਸਕਦੀ ਹੈ, ਰੋਟੇਸ਼ਨ ਆਫ ਆਡੀਟਰ ਕਰ ਸਕਦੀ ਹੈ। ਤਾਂ ਆਪਾਂ ਨੈਕਸਟ ਕਲਾਸ ਦੇ ਵਿੱਚ ਕੀ ਕਰਾਂਗੇ, ਕ੍ਰਾਈਟੇਰੀਆ ਡਿਸਕਸ ਕਰਾਂਗੇ ਇੱਕ ਆਡੀਟਰ ਦੀ ਕੰਡੀਸ਼ਨਸ ਦੇ ਲਈ। ਥੈਂਕ ਯੂ।